ਹੈਲੋ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਕਿ 2021 ਦੇ ਆਖਿਰ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕੱਢੀਆਂ ਗਈਆਂ ਕੁਝ ਪੋਸਟਾਂ, ਜਿਹਦੇ ਵਿੱਚ 30 ਪੋਸਟਾਂ ਸਨ ਨਰਸਿਸ ਦੀਆਂ ਅਤੇ ਕੁਝ ਪੋਸਟਾਂ ਸਨ 2-2 3-3 ਪੋਸਟਾਂ ਮੈਡੀਕਲ ਫਿਜ਼ਿਸਟ ਅਤੇ ECG ਟੈਕਨੀਸ਼ੀਅਨ ਦੀਆਂ। ਸੋ ਉਹਨਾਂ ਦੇ ਲਈ ਜੋ ਐਗਜ਼ਾਮ ਹੈ ਉਹ 7 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਠੀਕ ਹੈ, ਤਾਂ ਇੱਕ ਬਹੁਤ ਵੱਡੀ ਅਪਡੇਟ ਹੈ ਅਤੇ ਇਹਦੇ ਲਈ ਜਿਹੜਾ ਡੇਟਸ ਰਿਲੀਜ਼ ਹੋ ਚੁੱਕੀਆਂ ਨੇ ਐਗਜ਼ਾਮ ਦੀਆਂ। ਸੋ ਇਸ ਤੋਂ ਇਲਾਵਾ ਅਗਰ ਤੁਹਾਨੂੰ ਸਟੱਡੀ ਮਟੀਰੀਅਲ ਚਾਹੀਦਾ ਹੈ ਤੁਸੀਂ 9876371788 ਉੱਪਰ ਸੰਪਰਕ ਕਰ ਸਕਦੇ ਹੋ। ਇਸ ਵੀਡੀਓ ਵਿੱਚ ਆਪਾਂ ਕੁਝ ਕੁਐਸਚਨ ਕਰਨ ਜਾ ਰਹੇ ਹਾਂ ਰਿਗਾਰਡਿੰਗ ਦਾ ਕੈਥ ਲੈਬ ਟੈਕਨੀਸ਼ੀਅਨ। ਠੀਕ ਹੈ, ਸੋ ਇਸ ਇਮੇਜ ਤੁਸੀਂ ਦੇਖ ਸਕਦੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦਾ 22 ਮਾਰਚ ਦਾ ਇਹ ਨੋਟਿਸ ਹੈ। ਠੀਕ ਹੈ ਜੀ, ਇਹਦੇ ਵਿੱਚ ਸਟਾਫ ਨਰਸ, ECG ਟੈਕਨੀਸ਼ੀਅਨ ਅਤੇ ਮੈਡੀਕਲ ਫਿਜ਼ਿਸਟ ਸਾਰੀਆਂ ਹੀ ਪੋਸਟਾਂ ਦਾ ਐਗਜ਼ਾਮ ਜਿਹੜਾ ਹੈਗਾ ਉਹ 7 ਅਪ੍ਰੈਲ ਨੂੰ ਲਿਆ ਜਾ ਰਿਹਾ ਹੈਗਾ। ਠੀਕ ਹੈ, ਐਡਮਿਟ ਕਾਰਡ ਬਹੁਤ ਜਲਦੀ ਇਹਦੇ ਰਿਲੀਜ਼ ਹੋ ਜਾਣਗੇ, ਤੁਹਾਨੂੰ ਨੋਟੀਫਾਈ ਕਰ ਦੂੰਗਾ ਮੈਂ ਜਦੋਂ ਇਹਦੇ ਐਡਮਿਟ ਕਾਰਡ ਆਉਂਦੇ ਨੇ। ਸੋ ਹੁਣ ਆਪਾਂ ਗੱਲ ਕਰਾਂਗੇ ਕੈਥ ਲੈਬ ਦੇ ਇੰਪੋਰਟੈਂਟ ਕੁਐਸਚਨਸ ਦੇ ਬਾਰੇ। ਪਹਿਲਾ ਕੁਐਸਚਨ ਹੈ, ਵਿਚ ਨੈਟਵਰਕ ਆਫ ਦਾ ਬਲੱਡ ਵੈਸਲ ਕੈਰੀਜ਼ ਬਲੱਡ ਟੂ ਐਂਡ ਫਰੋਮ ਦਾ ਗੈਸ ਐਕਸਚੇਂਜ ਸਰਫੇਸ ਇਨ ਦਾ ਲੰਗਸ। ਇਹ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਬਲੱਡ ਹੈ ਉਹ ਪਿਊਰੀਫਾਈ ਹੁੰਦਾ ਲੰਗਸ ਦੇ ਵਿੱਚ। ਠੀਕ ਹੈ, ਲੰਗਸ ਦੇ ਵਿੱਚ ਸ਼ੁੱਧੀਕਰਨ ਕੀਤਾ ਜਾਂਦਾ ਖੂਨ ਦਾ। ਸੋ ਕਿਹੜਾ ਨੈਟਵਰਕ ਆ ਬਲੱਡ ਵੈਸਲਸ ਦਾ ਜਿਹੜਾ ਬਲੱਡ ਨੂੰ ਪਿਊਰੀਫਾਈ ਹੋਣ ਵਾਸਤੇ ਲੰਗ 'ਚ ਲੈ ਕੇ ਆਉਂਦਾ ਅਤੇ ਲੰਗਸ ਤੋਂ ਪਿਓਰ ਬਲੱਡ ਨੂੰ ਲੈ ਕੇ ਜਾਂਦਾ ਹੈ, ਤਾਂ ਉਸ ਦਾ ਉੱਤਰ ਆਏਗਾ ਪਲਮੋਨਰੀ ਸਰਕਟ। ਕੁਐਸਚਨ ਨੰਬਰ 2, ਵਿਚ ਵੈਸਲ ਹੈਵ ਵੈਰੀ ਥਿਨ ਵਾਲਸ, ਬਹੁਤ ਪਤਲੀਆਂ ਵਾਲਸ ਹੁੰਦੀਆਂ ਨੇ, ਐਂਡ ਆਰ ਆਫਨ ਕਾਲਡ ਐਕਸਚੇਂਜ ਵੈਸਲ। ਇਹਨੂੰ ਅਕਸਰ ਐਕਸਚੇਂਜ ਵੈਸਲ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚੋਂ ਆਦਾਨ ਪ੍ਰਦਾਨ ਹੁੰਦਾ ਹੈ। ਠੀਕ ਹੈ, ਬਿਕੋਜ਼ ਦੇ ਅਲਾਓ ਫॉर ਦਾ ਐਕਸਚੇਂਜ ਆਫ ਨਿਊਟਰੀਐਂਟ, ਗੈਸਸ ਐਂਡ ਵੇਸਟ ਵਿਦ ਸਰਾਊਂਡਿੰਗ ਟਿਸ਼ੂ। ਮਤਲਬ ਬਲੱਡ ਅਤੇ ਟਿਸ਼ੂ ਦੇ ਵਿਚਾਲੇ ਜੋ ਵੀ ਅਦਲਾ ਬਦਲੀ ਹੁੰਦੀ ਹੈ ਨਿਊਟਰੀਐਂਟ ਦੀ, ਗੈਸਸ ਦੀ ਜਾਂ ਫਿਰ ਕਿਸੇ ਵੇਸਟ ਪਦਾਰਥ ਦੀ, ਤਾਂ ਉਹ ਇਸ ਵੈਸਲ ਦੇ ਰਾਹੀਂ ਹੁੰਦੀ ਹੈ। ਤਾਂ ਇਹ ਵੈਸਲ ਕਿਹੜਾ ਹੈ ਇਹ ਤੁਸੀਂ ਆਨਸਰ ਦੇਣਾ ਹੈਗਾ। ਠੀਕ ਹੈ, ਤਾਂ ਇਹਦਾ ਸਹੀ ਆਨਸਰ ਆਏਗਾ ਕੈਪੈਲਰੀਜ਼। 3 ਤਰ੍ਹਾਂ ਦੇ ਵੈਸਲ ਹੁੰਦੇ ਨੇ, ਆਰਟਰੀਜ਼, ਵੇਨਸ ਤੇ ਕੈਪੈਲਰੀ। ਸਭ ਤੋਂ ਪਤਲੇ ਕੈਪੈਲਰੀ ਹੁੰਦੇ ਨੇ। ਕੁਐਸਚਨ ਨੰਬਰ 3, ਵਿਚ ਲੇਅਰ ਆਫ ਦਾ ਹਾਰਟ ਵਾਲ ਇਜ਼ ਦਾ ਵਿਸਰਲ ਪੈਰੀਕਾਰਡੀਅਮ। ਵਿਸਰਲ ਤੋਂ ਭਾਵ ਹੁੰਦਾ ਸੌਫਟ ਔਰਗਨ। ਠੀਕ ਹੈ, ਪੈਰੀ ਮਤਲਬ ਚਾਰੋਂ ਤਰਫ, ਕਾਰਡੀਅਮ ਮਤਲਬ ਹਾਰਟ। ਤਾਂ ਹਾਰਟ ਦੇ ਚਾਰੋਂ ਤਰਫ ਕਿਹੜੀ ਕਵਰਿੰਗ ਹੁੰਦੀ ਉਹਨੂੰ ਕੀ ਕਹਿੰਦੇ ਨੇ ਹਾਰਟ ਦੇ, ਤਾਂ ਆਨਸਰ ਆਏਗਾ ਐਪੀਕਾਰਡੀਅਮ। ਠੀਕ ਹੈ ਜੀ, ਐਪੀਕਾਰਡੀਅਮ ਜਿਹੜੀ ਹੈਗੀ ਹੈ ਉਹ ਕੀ ਆ, ਲੇਅਰ ਹੈਗੀ ਜੋ ਹਾਰਟ ਵਾਲ ਨੂੰ ਕਵਰ ਕਰਦੀ ਹੈ। ਠੀਕ ਹੈ, ਵਿਚ ਲੇਅਰ ਆਫ ਦਾ ਹਾਰਟ ਵਾਲ ਇਜ਼ ਵਿਸਰਲ ਪੈਰੀਕਾਰਡੀਅਮ, ਤਾਂ ਆਨਸਰ ਆ ਗਿਆ ਐਪੀਕਾਰਡੀਅਮ। ਵਿਚ ਚੈਂਬਰ ਆਫ ਦਾ ਹਾਰਟ ਰਿਸੀਵ ਬਲੱਡ ਫਰੋਮ ਦਾ ਸੁਪੀਰੀਅਰ ਐਂਡ ਇਨਫੀਰੀਅਰ ਵੇਨਾ ਕੇਵਾ। ਵੇਨਾ ਕੇਵਾ ਲਾਰਜੈਸਟ ਵੇਨਸ ਹੁੰਦੀਆਂ ਨੇ। ਠੀਕ ਹੈ, ਸੁਪੀਰੀਅਰ ਤੋਂ ਭਾਵ ਹੁੰਦਾ ਜੋ ਹਾਰਟ ਤੋਂ ਉੱਪਰ ਬੋਡੀ ਪੋਰਸ਼ਨ ਆ ਉੱਥੋਂ ਲੈ ਕੇ ਆਉਂਦੀਆਂ ਨੇ, ਇਨਫੀਰੀਅਰ ਜੋ ਹਾਰਟ ਤੋਂ ਨੀਚੇ ਦਾ ਬੋਡੀ ਪੋਰਸ਼ਨ ਆ ਉਸ ਤੋਂ ਲੈ ਕੇ ਆਉਂਦੀਆਂ ਨੇ। ਠੀਕ ਹੈ ਜੀ, ਤਾਂ ਇਹ ਚੈਂਬਰ 'ਚ ਕਿਹੜੇ 'ਚ ਲੈ ਕੇ ਆਉਣਗੀਆਂ, ਆਨਸਰ ਆਏਗਾ ਰਾਈਟ ਔਰੀਕਲ ਜਾਂ ਰਾਈਟ ਐਟਰੀਅਮ। ਕੁਐਸਚਨ ਨੰਬਰ 5, ਵਿਚ ਚੈਂਬਰ ਕੰਟੇਨ ਟਿਊਬਰਕੁਲਾਈ ਕਾਰਨੀਆਈ। ਆਨਸਰ ਰਾਈਟ ਐਂਡ ਲੈਫਟ ਵੈਂਟਰੀਕਲਸ। ਕੁਐਸਚਨ ਨੰਬਰ 6, ਦਾ ਲੈਫਟ ਵੈਂਟਰੀਕਲ ਪੰਪ ਬਲੱਡ ਇਨਟੂ ਦਾ। ਜਿਹੜਾ ਲੈਫਟ ਵੈਂਟਰੀਕਲ ਹੁੰਦਾ ਗਾ ਉਹ ਬਲੱਡ ਨੂੰ ਕਿੱਥੇ ਪੰਪ ਕਰੂਗਾ, ਤਾਂ ਆਨਸਰ ਆਏਗਾ ਅਸੈਂਡਿੰਗ ਏਓਰਟਾ ਦੇ ਵਿੱਚ। ਏਓਰਟਾ ਸਭ ਤੋਂ ਵੱਡੀ ਆਰਟਰੀ ਹੁੰਦੀ ਹੈ। ਠੀਕ ਹੈ, ਆਰਟਰੀ ਜਿਹੜੀ ਹੈਗੀ ਹੈ ਇਹ ਪੂਰੀ ਬੋਡੀ ਨੂੰ ਬਲੱਡ ਸਪਲਾਈ ਕਰਦੀ ਹੈਗੀ ਥਰੂ ਦਾ ਵੇਰੀਅਸ ਸਮੋਲ ਆਰਟਰੀਜ਼, ਜਿਹੜੇ ਸਾਰੀ ਸਪੈਸੀਫਿਕ ਹੁੰਦੀਆਂ ਨੇ। ਹਰ ਅੰਗ ਦੀ ਇੱਕ ਆਪਣੀ ਆਰਟਰੀ, ਆਪਣੀ ਵੇਨ ਹੁੰਦੀ ਹੈ। ਹੁਣ ਕਰਾਂਗੇ ਕੁਐਸਚਨ ਨੰਬਰ 7। ਕੁਐਸਚਨ ਨੰਬਰ 7 ਹੈ, ਵਿਚ ਵਾਲਵ ਇਜ਼ ਫਾਊਂਡ ਬਿਟਵੀਨ ਦਾ ਰਾਈਟ ਔਰੀਕਲ ਐਂਡ ਰਾਈਟ ਵੈਂਟਰੀਕਲ। ਠੀਕ ਹੈ ਜੀ, ਰਾਈਟ ਔਰੀਕਲ ਅਤੇ ਰਾਈਟ ਵੈਂਟਰੀਕਲ ਦੇ ਵਿਚਾਲੇ ਜਿਹੜਾ ਵਾਲਵ ਹੁੰਦਾ ਗਾ ਉਸਨੂੰ ਕਹਿੰਦੇ ਨੇ ਟਰਾਈਕਸਪਿਡ ਵਾਲਵ। ਠੀਕ ਹੈ, ਯਾਦ ਰੱਖਣ ਦੇ ਲਈ ਤੁਸੀਂ ਨੂੰ ਰਾਈਟ ਬੋਲੋਗੇ ਤਾਂ ਟਰਾਈ ਨਿਕਲਦਾ ਮੂੰਹ ਚੋਂ। ਠੀਕ ਹੈ, ਤਾਂ ਇਸ ਤੋਂ ਯਾਦ ਹੋ ਜਾਏਗਾ ਟਰਾਈਕਸਪਿਡ ਵਾਲਵ। ਇਹ ਜਿਹੜੇ ਵਾਲਵ ਹੁੰਦੇ ਨੇ ਕਰਦੇ ਕੀ ਨੇ, ਇਹ ਬਲੱਡ ਦੇ ਬੈਕ ਫਲੋ ਨੂੰ ਰੋਕਦੇ ਨੇ। ਠੀਕ ਹੈ, ਤਾਂ ਕਿ ਬਲੱਡ ਯੂਨੀ ਡਾਇਰੈਕਸ਼ਨ ਨਾਲ ਇੱਕੋ ਡਾਇਰੈਕਸ਼ਨ 'ਚ ਫਲੋ ਕਰੇ, ਬੈਕ ਫਲੋ ਨਾ ਕਰੇ। ਕੁਐਸਚਨ ਨੰਬਰ 8, ਦਾ ਰਾਈਟ ਐਂਡ ਲੈਫਟ ਕੋਰੋਨਰੀ ਆਰਟਰੀ। ਕੋਰੋਨਰੀ ਆਰਟਰੀ ਉਹ ਆਰਟਰੀ ਹੁੰਦੀ ਹੈ ਜੋ ਹਾਰਟ ਨੂੰ ਬਲੱਡ ਸਪਲਾਈ ਕਰਦੀ ਹੈ। ਓਰੀਜੀਨੇਟ ਐਟ ਦਾ ਬੇਸ ਆਫ, ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਸ ਦੀ, ਤਾਂ ਆਨਸਰ ਆਏਗਾ ਅਸੈਂਡਿੰਗ ਏਓਰਟਾ। ਕੁਐਸਚਨ ਨੰਬਰ 9,
ਲਾਰਜ ਵੇਨ ਦੈਟ ਓਪਨਸ ਇਨਟੂ ਦ ਰਾਈਟ ਔਰੀਕਲ ਐਂਡ ਬ੍ਰਿੰਗ ਇਨ ਦ ਵੇਨਸ ਬਲੱਡ ਫਰੋਮ ਦ ਹਾਰਟ ਟਿਸ਼ੂ ਇਜ਼ ਦਾ, ਤਾਂ ਇਸ ਨੂੰ ਕੀ ਕਹਾਂਗੇ, ਕਿਹੜੀ ਲਾਰਜ ਵੇਨ ਹੈ ਜਿਹੜੀ ਓਪਨ ਹੁੰਦੀ ਹੈਗੀ ਰਾਈਟ ਔਰੀਕਲ ਦੇ ਵਿੱਚ ਅਤੇ ਇਹ ਵੇਨਸ ਬਲੱਡ ਜਿਹੜਾ ਵੇਨ 'ਚੋਂ ਵਾਪਸ ਆ ਰਿਹਾ ਬਲੱਡ ਉਸ ਨੂੰ ਲੈ ਕੇ ਆਉਂਦੀ ਹੈ, ਠੀਕ ਹੈ, ਫਰੋਮ ਦਾ ਟਿਸ਼ੂ। ਤਾਂ ਇਸ ਦਾ ਆਨਸਰ ਆਏਗਾ ਕੋਰੋਨਰੀ ਸਾਈਨਸ। ਕੁਐਸਚਨ ਨੰਬਰ 10, ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਕਾਰਡੀਅਕ ਪੇਸ ਮੇਕਰ। ਪੇਸ ਮੇਕਰ ਕੀ ਹੁੰਦਾ, ਪੇਸ ਆਪਣੀ ਜਿਹੜੀ ਇਹ ਬੀਟ ਹੁੰਦੀ ਹੈ ਨਾ, ਇਸ ਨੂੰ ਪੇਸ ਕਿਹਾ ਜਾਂਦਾ, ਤਾਂ ਬੀਟ ਨੂੰ ਜਿਹੜਾ ਜਨਰੇਟ ਕਰੇਗਾ ਉਸ ਨੂੰ ਕੀ ਕਹਾਂਗੇ, ਪੇਸ ਮੇਕਰ। ਤਾਂ ਇਸ ਦਾ ਆਨਸਰ ਆਏਗਾ SA ਨੋਡ। SA ਨੋਡ ਨੂੰ ਸਾਈਨੋ ਐਟਰੀਅਲ ਨੋਡ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਇਟ ਇਸਟੈਬਲਿਸ਼ ਦਾ ਹਾਰਟ ਰੇਟ, ਇਹ ਮਤਲਬ ਜਿਹੜਾ ਆਪਣਾ ਹਾਰਟ ਰੇਟ ਜਿਵੇਂ 70 ਜਾਂ 72 ਵਾਰ ਧੜਕਦਾ ਹੈ ਪਰ ਮਿੰਟ, ਤਾਂ ਉਸਨੂੰ ਇਹ ਮਤਲਬ ਜਨਰੇਟ ਕਰਦਾ ਗਾ ਵੀ ਕਿੰਨੇ ਵਾਰ ਧੜਕੇਗਾ, ਠੀਕ ਹੈ ਜੀ। ਮਤਲਬ ਬੀਟ ਨੂੰ ਬਣਾਉਂਦਾ ਇਹ ਹੈ ਪੇਸ ਮੇਕਰ, ਅਤੇ ਕਿੰਨੇ ਵਾਰ ਧੜਕੇਗਾ ਉਸਨੂੰ ਸੈੱਟ ਕਰਦਾ ਪੇਸ ਸੈਟਰ, ਜਿਹਨੂੰ ਆਪਾਂ ਕਹਿੰਦੇ AV ਨੋਡ, ਠੀਕ ਹੈ, ਐਟਰੀਓ ਵੈਂਟਰੀਕੂਲਰ ਨੋਡ। ਕੁਐਸਚਨ ਨੰਬਰ 11, what structure in the conduction system conduct impulse very rapidly to the ventricular myocardium, ਠੀਕ ਹੈ ਜੀ। ਮਤਲਬ ਜਿਹੜਾ ਹਾਰਟ ਦਾ ਕੰਡਕਟਿੰਗ ਸਿਸਟਮ ਹੁੰਦਾ ਹੈ ਉਸ ਦੇ ਵਿੱਚ ਕਿਹੜੀ ਅਜਿਹੀ ਸਟਰਕਚਰ ਹੈ ਜੋ ਬਹੁਤ ਤੇਜ਼ੀ ਦੇ ਨਾਲ ਸਿਸਟਮ ਦੇ ਵਿੱਚੋਂ ਇੰਪਲਸ ਨੂੰ ਕੰਡਕਟ ਕਰਦੀ ਹੈ। what structure in the conduction system conduct impulse very rapidly, ਮਤਲਬ ਬਹੁਤ ਤੇਜ਼ੀ ਨਾਲ, to the ਵੈਂਟਰੀਕੂਲਰ ਮਾਇਓਕਾਰਡੀਅਮ, ਮਾਇਓ ਮਤਲਬ ਮਸਕਿਊਲਰ ਲੇਅਰ ਆਫ ਦਾ ਹਾਰਟ, ਓਕੇ। ਤੇ ਇਸ ਦਾ ਆਨਸਰ ਆਏਗਾ ਪਰਕਿੰਜੀ ਫਾਈਬਰਸ। ਕੁਐਸਚਨ ਨੰਬਰ 12, QRS ਇਹ ECG ਦੇ ਵਿੱਚ ਹੁੰਦਾ ਹੈ, ਠੀਕ ਹੈ, P ਵੇਵ, QRS ਕੰਪਲੈਕਸ ਤੇ T ਵੇਵ। QRS ਕੰਪਲੈਕਸ ਔਨ ਦਾ ECG ਰਿਪਰੈਜ਼ੈਂਟ, QRS ਜੋ ਕੰਪਲੈਕਸ ਹੁੰਦਾ ਹੈ ਉਹ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ? ਆਨਸਰ ਆਏਗਾ ਵੈਂਟਰੀਕੂਲਰ ਡੀਪੋਲੇਰਾਈਜੇਸ਼ਨ, ਓਕੇ। ਤਾਂ ਤੁਸੀਂ ਇਸ ਇਮੇਜ ਵਿੱਚ ਦੇਖ ਸਕਦੇ ਹੋ ECG ਦੇ ਕਿਹੜੇ ਸੈਗਮੈਂਟ ਹੁੰਦੇ ਨੇ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ P ਵੇਵ। P ਵੇਵ ਇੰਡੀਕੇਟ ਕਰਦੀ ਹੈ ਔਰੀਕੂਲਰ ਡੀਪੋਲੇਰਾਈਜੇਸ਼ਨ ਜਾਂ ਐਟਰੀਅਲ ਡੀਪੋਲੇਰਾਈਜੇਸ਼ਨ। QRS ਨੂੰ ਕਹਾਂਗੇ ਵੈਂਟਰੀਕੂਲਰ ਡੀਪੋਲੇਰਾਈਜੇਸ਼ਨ, ਠੀਕ ਹੈ। ਤੇ ਜਿਹੜੀ T ਵੇਵ ਹੈ ਉਹ ਹੈਗੇ ਵੈਂਟਰੀਕੂਲਰ ਰੀਪੋਲੇਰਾਈਜੇਸ਼ਨ, ਓਕੇ। ਸੋ ਇਹ ਤੁਸੀਂ ਯਾਦ ਕਰ ਲੈਣਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਇਸ ਦੇ ਆਉਣਗੇ ਤੁਹਾਨੂੰ। ਕੁਐਸਚਨ ਨੰਬਰ 13, the plateau in the action potential is caused by the entry of dash ions। ਇਹ ਜਿਹੜਾ ਪਲੈਟਿਓ ਐਕਸ਼ਨ ਪੋਟੈਂਸ਼ੀਅਲ ਜਿਹੜੀ ਗੱਲ ਹੋ ਰਹੀ ਹੈ ਇਹ ਵੀ ECG 'ਚੋਂ ਪਤਾ ਲੱਗਦੀ ਹੈ, ਠੀਕ ਹੈ। ਸੋ ਇਹ ਕੈਲਸ਼ੀਅਮ ਆਇਨ ਦੀ ਐਂਟਰੀ ਦੇ ਨਾਲ ਜਿਹੜਾ ਪਲੈਟਿਓ ਹੈ ਉਹ ਮਤਲਬ ਬਣਦਾ ਗਾ, ਠੀਕ ਹੈ ਜੀ। ਕੁਐਸਚਨ ਨੰਬਰ 14, what is the term for contraction of heart chamber? ਤਾਂ ਇਸ ਨੂੰ ਕਹਿੰਦੇ ਨੇ ਸਿਸਟੋਲ, ਓਕੇ। ਸੋ ਹਾਰਟ ਦੀ ਕੰਟਰੈਕਸ਼ਨ ਨੂੰ ਸਿਸਟੋਲ ਕਿਹਾ ਜਾਂਦਾ ਹੈ ਅਤੇ ਰਿਲੈਕਸੇਸ਼ਨ ਨੂੰ ਡਾਇਆਸਟੋਲ ਕਿਹਾ ਜਾਂਦਾ ਹੈ। ਇਸੇ ਅਕੋਰਡਿੰਗਲੀ ਜਿਹੜਾ BP ਹੁੰਦਾ ਉਸ ਨੂੰ ਵੀ ਸਿਸਟੋਲਿਕ ਅਪੋਨ ਡਾਇਆਸਟੋਲਿਕ ਕਿਹਾ ਜਾਂਦਾ ਹੈ, ਦੈਟ ਇਜ਼ 120/80 mmHg, ਮਿਲੀਮੀਟਰ ਆਫ ਮਰਕਰੀ। ਇਹ ਬਲੱਡ ਪ੍ਰੈਸ਼ਰ ਦੇ ਯੂਨਿਟ ਹੁੰਦੇ ਨੇ, ਓਕੇ। ਨੈਕਸਟ ਕੁਐਸਚਨ ਆਪਣਾ ਆਉਂਦਾ ਹੈ, ਨੈਕਸਟ ਕੁਐਸਚਨ ਇਜ਼ what occurs during the first phase of ventricular systole? ਵੈਂਟਰੀਕੂਲਰ ਸਿਸਟੋਲ ਦੇ ਵਿੱਚ ਪਹਿਲੇ ਫੇਜ਼ 'ਚ ਕੀ ਹੁੰਦਾ ਹੈ? ਆਨਸਰ ਆਏਗਾ ਦਾ AV ਵਾਲਵ ਕਲੋਜ਼, ਐਟਰੀਓ ਵੈਂਟਰੀਕੂਲਰ ਔਰੀਕਲ ਤੇ ਵੈਂਟਰੀਕਲ ਦੇ ਵਿਚਾਲੇ ਜਿਹੜਾ ਵਾਲਵ ਹੁੰਦਾ ਹੈ ਉਹ ਕਲੋਜ਼ ਹੋ ਜਾਂਦਾ ਹੈ ਐਂਡ ਵੈਂਟਰੀਕੂਲਰ ਪ੍ਰੈਸ਼ਰ ਰੇਜ਼, ਵੈਂਟਰੀਕਲ ਦਾ ਪ੍ਰੈਸ਼ਰ ਵੱਧ ਜਾਂਦਾ ਹੈ, ਠੀਕ ਹੈ। what produces the lub of the first heart sound? ਆਪਣੀਆਂ ਦੋ ਹਾਰਟ ਸਾਊਂਡ ਹੁੰਦੀਆਂ ਨੇ, ਲਬ ਤੇ ਡੱਪ, LUBB ਲਬ ਹੁੰਦਾ, DUP ਡੱਪ ਹੁੰਦਾ, ਓਕੇ। ਤਾਂ ਲਬ ਡੱਪ ਜੋ ਹਾਰਟ ਸਾਊਂਡ ਹੈ, ਡੱਪ ਸੈਕਿੰਡ ਸਾਊਂਡ ਹੈ, ਲਬ ਫਸਟ ਸਾਊਂਡ ਹੈ। ਤਾਂ ਪੁੱਛਿਆ ਕਿ ਇਹਨਾਂ ਚੋਂ ਲਬ ਜਿਹੜਾ ਹੈਗਾ ਉਹ ਕੌਣ ਪ੍ਰੋਡਿਊਸ ਕਰਦਾ? ਤਾਂ ਆਨਸਰ ਆਏਗਾ ਕਲੋਜ਼ਿੰਗ ਆਫ AV ਵਾਲਵ। ਐਟਰੀਓ ਵੈਂਟਰੀਕੂਲਰ ਵਾਲਵ ਜਦੋਂ ਕਲੋਜ਼ ਹੁੰਦਾ ਤਾਂ ਫਸਟ ਹਾਰਟ ਸਾਊਂਡ ਪੈਦਾ ਹੁੰਦੀ ਹੈ, ਓਕੇ। ਕੁਐਸਚਨ ਨੰਬਰ 17, what is measured in millimeter per beat? ਤਾਂ ਇਸ ਦਾ ਆਨਸਰ ਹੈਗਾ ਸਟ੍ਰੋਕ ਵੋਲੀਅਮ। ਸਟ੍ਰੋਕ ਵੋਲੀਅਮ ਤੋਂ ਭਾਵ ਹੁੰਦਾ ਹੈ ਕਿ ਇੱਕ ਬੀਟ ਦੇ ਵਿੱਚ ਕਿੰਨਾ ਬਲੱਡ ਹਾਰਟ ਦੁਆਰਾ ਪੰਪ ਕੀਤਾ ਜਾਂਦਾ ਹੈ। ਇਸ ਦਾ ਆਨਸਰ ਆਉਂਦਾ 70 ml, ਸਟ੍ਰੋਕ ਵੋਲੀਅਮ 70 ml ਹੁੰਦਾ ਹੈ। what effect does epinephrine have on SA node? ਐਪੀਨੈਫ੍ਰਿਨ ਆਪਣੇ ਅੰਦਰ ਇੱਕ ਨਿਊਰੋ ਟਰਾਂਸਮਿਟਰ ਹੁੰਦਾ ਹੈ, ਠੀਕ ਹੈ, ਜਿਸ ਨੂੰ ਆਪਾਂ ਇੱਕ ਹਾਰਮੋਨ ਵੀ ਕਹਿ ਸਕਦੇ ਹਾਂ, ਓਕੇ।
ਤਾਂ ਇਹ ਐਸੇ ਨੋਡ ਉੱਪਰ ਕੀ ਇਫੈਕਟ ਪਾਉਂਦਾ ਹੈ, ਤਾਂ ਆਂਸਰ ਆਏਗਾ ਇਨਕਰੀਜ਼ਡ ਹਾਰਟ ਰੇਟ। ਠੀਕ ਹੈ ਜੀ, ਇਨਕਰੀਜ਼ਡ ਹਾਰਟ ਰੇਟ ਨੂੰ ਆਪਾਂ ਟੈਕੀਕਾਰਡੀਆ ਵੀ ਕਹਿੰਦੇ ਹਾਂ। ਠੀਕ ਹੈ, ਮਤਲਬ ਜਿਹੜਾ ਐਪੀਨੈਫ੍ਰੀਨ ਹੈ ਉਹ ਹਾਰਟ ਦੇ ਰੇਟ ਨੂੰ ਵਧਾ ਦਿੰਦਾ ਹੈਗਾ। ਵਾਟ ਕੁਡ ਇਨਕਰੀਜ਼ ਦਾ ਸਟਰੈਂਥ ਆਫ ਕੰਟਰੈਕਸ਼ਨ ਆਫ ਦਾ ਵੈਂਟਰੀਕਲ। ਵੈਂਟਰੀਕਲ ਦੀ ਕੰਟਰੈਕਸ਼ਨ ਦੀ ਸਟਰੈਂਥ ਨੂੰ ਕੌਣ ਵਧਾ ਸਕਦਾ ਹੈ, ਆਂਸਰ ਆਏਗਾ ਇਨਕਰੀਜ਼ਡ ਸਟ੍ਰੈਚ ਔਨ ਦਾ ਵੈਂਟਰੀਕਲ। ਜਦੋਂ ਵੈਂਟਰੀਕਲ ਉੱਪਰ ਜ਼ਿਆਦਾ ਸਟ੍ਰੈਚ ਪਏਗਾ ਤਾਂ ਉਸ ਨਾਲ ਸਟਰੈਂਥ ਵੱਧ ਜਾਵੇਗੀ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਆਟੋਨੋਮਿਕ ਟੋਨ ਇਜ਼ ਫਾਲਸ। ਪਹਿਲੀ ਆਪਸ਼ਨ ਹੈ ਰੈਸਟਿੰਗ ਹਾਰਟ ਰੇਟ ਵਿਲ ਬੀ 70 ਤੋਂ 80 ਬੀਟ ਪਰ ਮਿੰਟ, ਕਿ ਜਦੋਂ ਕੋਈ ਇਨਸਾਨ ਰੈਸਟ ਦੇ ਵਿੱਚ ਹੁੰਦਾ ਤਾਂ 70 ਤੋਂ 80 ਵਾਰ ਉਹ ਦਿਲ ਧੜਕਦਾ ਹੈ 1 ਮਿੰਟ ਦੇ ਵਿੱਚ। ਦੂਜੀ ਆਪਸ਼ਨ ਹੈ ਪੈਰਾਸਿੰਪੈਥੈਟਿਕ ਰੇਟ ਡੋਮੀਨੇਟ ਇਨ ਦਾ ਰੈਸਟਿੰਗ ਹੈਲਦੀ ਅਡਲਟ, ਕਿ ਜਦੋਂ ਕੋਈ ਹੈਲਦੀ ਅਡਲਟ ਰੈਸਟ ਫੇਜ਼ ਵਿੱਚ ਹੁੰਦਾ ਹੈ ਤਾਂ ਉਸ ਦੇ ਵਿੱਚ ਪੈਰਾਸਿੰਪੈਥੈਟਿਕ ਜਿਹੜਾ ਰੇਟ ਡੋਮੀਨੇਟ ਹੁੰਦਾ ਹੈ। ਤੀਜੀ ਆਪਸ਼ਨ ਹੈ ਐਸੀਟਾਈਲ ਕੋਲਾਈਨ ਐਂਡ ਨੋਰ ਐਪੀਨੈਫ੍ਰੀਨ ਆਰ ਰਿਲੀਜ਼ਡ ਐਟ ਦ ਨੋਡਸ। ਫੋਰਥ ਆਪਸ਼ਨ ਹੈ ਸਿੰਪੈਥੈਟਿਕ ਇਫੈਕਟ ਡੋਮੀਨੇਟ ਇਨ ਦਾ ਰੈਸਟਿੰਗ ਹੈਲਦੀ ਅਡਲਟ। ਸੋ ਜਦੋਂ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਵਿੱਚ ਆਉਂਦੇ ਨੇ, ਠੀਕ ਹੈ, ਫਾਲਸ ਸਟੇਟਮੈਂਟ ਚੁਣਨੀ ਹੋਵੇ ਤਾਂ ਸਭ ਤੋਂ ਪਹਿਲਾਂ ਧਿਆਨ ਦਿਆ ਕਰੋ ਵੀ ਚਾਰਾਂ ਦੇ ਵਿੱਚੋਂ 2 ਸਟੇਟਮੈਂਟ ਅਜਿਹੀਆਂ ਹੁੰਦੀਆਂ ਨੇ ਜੋ ਇੱਕ ਦੂਜੇ ਨਾਲ ਕੌਂਟਰਾਡਿਕਟ ਕਰਦੀਆਂ ਨੇ। ਠੀਕ ਹੈ, ਇੱਕ ਦੂਜੇ ਦੇ ਆਪੋਜਿਟ ਹੁੰਦੇ ਤਾਂ ਉਹਦਾ ਆਂਸਰ ਉਹਨਾਂ 'ਚੋਂ ਹੀ ਹੁੰਦਾ ਹੈ। ਜਿਵੇਂ ਇੱਥੇ ਦੂਜੀ ਸਟੇਟਮੈਂਟ 'ਚ ਲਿਖਿਆ ਪੈਰਾਸਿੰਪੈਥੈਟਿਕ ਰੇਟ ਡੋਮੀਨੇਟ, ਚੌਥੀ ਸਟੇਟਮੈਂਟ 'ਚ ਲਿਖਿਆ ਸਿੰਪੈਥੈਟਿਕ ਇਫੈਕਟ ਡੋਮੀਨੇਟ। ਠੀਕ ਹੈ, ਤਾਂ ਦੋਨੇ ਕੌਂਟਰਾਡਿਕਟ ਕਰ ਰਹੀਆਂ ਨੇ, ਤਾਂ ਇਹਨਾਂ 'ਚੋਂ ਇੱਕ ਫਾਲਸ ਹੋਵੇਗੀ। ਸੋ ਆਂਸਰ ਆਏਗਾ ਡੀ, ਸਿੰਪੈਥੈਟਿਕ ਜਿਹੜਾ ਹੁੰਦਾ ਹੈ ਉਹ ਰੈਸਟਿੰਗ ਹੈਲਦੀ ਅਡਲਟ ਵਿੱਚ ਡੋਮੀਨੇਟ ਨਹੀਂ ਹੁੰਦਾ, ਕਿਉਂਕਿ ਜਿਹੜਾ ਸਿੰਪੈਥੈਟਿਕ ਉਹਦਾ ਰੇਟ ਨੂੰ ਵਧਾਉਂਦਾ ਹੁੰਦਾ ਗਾ। ਠੀਕ ਹੈ, ਤਾਂ ਰੈਸਟ 'ਚ ਰੇਟ ਘੱਟ ਹੁੰਦਾ, ਸੋ ਉੱਥੇ ਪੈਰਾਸਿੰਪੈਥੈਟਿਕ ਡੋਮੀਨੇਟ ਕਰਦਾ ਹੁੰਦਾ ਹੈ। ਕੁਐਸਚਨ ਨੰਬਰ 21 ਆਪਣਾ ਹੈ ਕਿ ਲੇਬਲ ਦਾ ਫੋਲੋਇੰਗ ਸਟਰਕਚਰ ਆਫ ਦਾ ਕਾਰਡਿਕ ਸਿਸਟਮ ਆਫ ਦਾ ਹਾਰਟ, ਕੰਡਕਟਿੰਗ ਸਿਸਟਮ ਆਫ ਦਾ ਹਾਰਟ। ਤਾਂ ਤੁਸੀਂ ਜਿੱਥੇ ਐਰੋ ਦੇਖ ਰਹੇ ਹੋ, ਠੀਕ ਹੈ, ਉਹ ਐਰੋ ਕਿਸ ਨੂੰ ਡਿਨੋਟ ਕਰਦਾ ਉਹ ਦੱਸਣਾ ਹੈ। ਤਾਂ ਆਂਸਰ ਆਏਗਾ AV ਬੰਡਲ, ਦੈਟ ਇਜ਼ ਦ ਐਟਰੀਓ ਵੈਂਟਰੀਕੂਲਰ ਬੰਡਲ। ਠੀਕ ਹੈ, ਸੋ ਇਹ ਸਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਜੋ ਤੁਹਾਨੂੰ ਕੈਥ ਲੈਬ ਦੇ ਪੇਪਰ ਚ 100% ਆਉਣ ਦੀ ਪੂਰੀ ਪ੍ਰੋਬੇਬਿਲਿਟੀ ਹੈਗੀ ਹੈ। ਸੋ ਇਸ ਤੋਂ ਇਲਾਵਾ ਤੁਸੀਂ ਇਸ ਐਗਜ਼ਾਮ ਦੇ ਲਈ ਜਾਂ ਫਿਰ ਨਰਸਿਸ ਤੇ ਮੈਡੀਕਲ ਫਿਜ਼ਿਕਸ ਦੇ ਐਗਜ਼ਾਮ ਦੇ ਲਈ ਪ੍ਰੋਪਰ PDF ਸੀਰੀਜ਼ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ 9876371788 ਉੱਪਰ ਸੰਪਰਕ ਕਰ ਸਕਦੇ ਹੋ। ਸੋ ਥੈਂਕ ਯੂ, ਥੈਂਕਸ ਫॉर ਵਾਚਿੰਗ।